परम सत्कारयोग साध संगत जी, एक बार सारे अपनी रसना पवित्र करिए ते आखिए तानसी सागू जगजीत सिंह जी। वर्तमान सागुर जी ਨੂੰ याद करिए ते आखिए तानसी सागुर उदय सिंह जी। ਅੱਜ ਦੀ ਸਾਖੀ ਦਾ ਟਾਈਟਲ ਹੈ ਤੁਧ ਜੇਵੜ ਤੂੰ ਹੈ ਪਾਰਬ੍ਰਹਮ ਨਾਨਕ ਸਰਣਾਈ। ਜੇ ਸਿੱਖ ਨੂੰ ਇਹ ਪੂਰਾ ਵਿਸ਼ਵਾਸ ਹੋ ਜਾਵੇ ਕਿ ਮੇਰਾ ਸਤਿਗੁਰੂ ਅਕਾਲ ਪੁਰਖ ਹੈ ਤਾਂ ਇਸ ਤੋਂ ਵੱਡੀ ਕੋਈ ਹੋਰ ਗੱਲ ਹੀ ਨਹੀਂ। ਪਿੰਡ ਐਲਨਾਬਾਦ ਰਹਿਣ ਵਾਲੇ ਇੱਕ ਬੀਬੀ ਜਗੀਰ ਕੌਰ ਜੀ ਆਪਣੇ ਲਫ਼ਜ਼ਾਂ ਵਿੱਚ ਇੱਕ ਸਾਖੀ ਦੱਸਦੇ ਹਨ ਕਿ ਮੇਰੇ ਪਤੀ ਦੇਵ ਜੀ ਦੀ ਲੱਤ ਵਿੱਚ ਪੀੜ ਹੋਣ ਲੱਗ ਪਈ। ਆਸੇ ਪਾਸੇ ਦੇ ਡਾਕਟਰਾਂ ਕੋਲ ਬਹੁਤ ਦਵਾਈ ਲਈ ਪਰ ਪੀੜ ਹਟਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਉਹਨਾਂ ਦੀ ਲੱਤ ਪੀੜ ਸਦਕਾ ਘਰ ਦੇ ਸਾਰੇ ਜੀਅ ਬੜੇ ਪਰੇਸ਼ਾਨ ਸਨ। ਉਹ ਬੜੀ ਹੀ ਮੁਸ਼ਕਿਲ ਨਾਲ ਉੱਠਦੇ ਤੇ ਬਹਿੰਦੇ ਸਨ। ਜ਼ਿਆਦਾਤਰ ਉਹ ਕੁਰਸੀ 'ਤੇ ਹੀ ਬਹਿੰਦੇ ਸਨ, ਪਰ ਖੇਤੀ ਦਾ ਕੰਮ ਛੱਡਣਾ ਉਹਨਾਂ ਲਈ ਬਹੁਤ ਮੁਸ਼ਕਿਲ ਸੀ। ਉਹ ਲੱਤ ਦੀ ਪੀੜ ਸਹਿੰਦੇ ਹੋਏ ਵੀ ਆਪਣੇ ਵੱਡੇ ਤੇ ਛੋਟੇ ਭਰਾ ਨਾਲ ਕੰਮ ਕਰਦੇ ਹੀ ਰਹਿੰਦੇ ਸਨ। ਇੱਕ ਦਿਨ ਸ਼ਾਮ ਦੇ 4 ਜਾਂ 5 ਵਜੇ ਦਾ ਵਕਤ ਸੀ। ਉਹਨਾਂ ਦੇ ਭਰਾ ਬਾਹਰ ਪੈਲੀ ਵਿੱਚ ਕਿਸੇ ਹੋਰ ਕੰਮ ਲੱਗੇ ਹੋਏ ਸਨ ਤੇ ਉਹ ਟੋਕਾ ਗੇੜ ਕੇ ਪੱਠੇ ਕੁਤਰ ਰਹੇ ਸਨ। ਟੋਕਾ ਘਰ ਦੇ ਸਾਹਮਣੇ ਹੀ 5-7 ਕਦਮਾਂ ਦੀ ਦੂਰੀ 'ਤੇ ਸੀ। ਇੰਨੇ ਨੂੰ ਇੱਕ ਪੰਡਤ ਘਰ ਵਿੱਚ ਆ ਗਿਆ। ਸਾਡੇ ਬੇਜੀ ਯਾਨੀ ਸੱਸ ਮਾਤਾ ਜੀ ਪੰਡਤ ਨੂੰ ਖੈਰ ਪਾਉਣਾ ਚਾਹੀ, ਪਰ ਪੰਡਤ ਕਹਿਣ ਲੱਗਾ, ਬੀਬੀ ਖੈਰ ਫੇਰ ਪਾਵੀਂ, ਪਹਿਲਾਂ ਮੇਰੀ ਗੱਲ ਸੁਣ। ਦੱਸੋ ਪੰਡਤ ਜੀ। ਮਾਂ ਜੀ ਨੇ ਪੰਡਿਤ ਦੇ ਲਾਗੇ ਆ ਕੇ ਪੁੱਛਿਆ, ਬੀਬੀ ਤੇਰੇ ਘਰ ਵਿੱਚ ਬਹੁਤ ਕਸ਼ਟ ਹੈ ਨਾ? ਹਾਂ ਪੰਡਤ ਜੀ, ਮੇਰੇ ਪੁੱਤਰ ਦੀ ਲੱਤ ਵਿੱਚ ਬਹੁਤ ਦਰਦ ਹੁੰਦੀ ਰਹਿੰਦੀ ਹੈ, ਹੋਰ ਕੋਈ ਕਸ਼ਟ ਨਹੀਂ। ਬੇਜੀ ਨੇ ਦੱਸਿਆ, ਬੀਬੀ ਇਹ ਹੀ ਤਾਂ ਸਭ ਤੋਂ ਵੱਡਾ ਕਸ਼ਟ ਹੈ। ਤੇਰੇ ਪੁੱਤਰ ਦੀ ਉਮਰ ਥੋੜ੍ਹੀ ਦਿਸਦੀ ਹੈ। ਪੰਡਤ ਦੀ ਗੱਲ ਸੁਣ ਕੇ ਬੇਜੀ ਡਰ ਗਏ। ਉਹਨਾਂ ਨੇ ਪੰਡਿਤ ਨੂੰ ਪੁੱਛਿਆ ਕਿ ਕੋਈ ਉਪਾਅ ਨਹੀਂ ਹੋ ਸਕਦਾ। ਪੰਡਤ ਕਹਿਣ ਲੱਗਾ ਕਿ ਉਪਾਅ ਤਾਂ ਹੈ, ਜੇ ਕਰਾਓ ਤਾਂ, ਨਹੀਂ ਤਾਂ ਤੇਰਾ ਪੁੱਤਰ ਬਸ 20 ਸਾਲ ਦੀ ਉਮਰ ਵਿੱਚ ਹੀ ਖਤਮ ਹੋ ਜਾਏਗਾ। ਬੇਜੀ ਕਹਿਣ ਲੱਗੇ ਕਿ ਦੱਸੋ ਕੀ ਉਪਾਅ ਹੈ? ਮੇਰਾ ਪੁੱਤਰ ਤਾਂ 20 ਸਾਲ ਵਿੱਚ ਹੀ ਹੈ। ਬੀਬੀ ਜਿੰਨੇ ਸਾਲ ਦਾ ਤੇਰਾ ਪੁੱਤਰ ਹੈ ਓਨੀ ਗਿੱਠਾ ਕੱਪੜਾ ਤੈਨੂੰ ਦਾਨ ਕਰਨਾ ਪਵੇਗਾ। ਪੰਡਤ ਨੇ ਦੱਸਿਆ ਤੇ ਨਾਲ ਹੀ ਕੁਝ ਚੀਜ਼ਾਂ ਵੀ ਦੱਸੀਆਂ ਜੋ ਲਾਲ ਕੱਪੜੇ ਵਿੱਚ ਬੰਨ੍ਹ ਕੇ ਜਿੱਥੇ ਉਹ ਸੌਂਦਾ ਹੋਵੇ ਉਹਦੀ ਮੰਜੀ ਦੇ ਉੱਪਰ ਛੱਤ ਨਾਲ ਟੰਗ ਦਿਓ ਅਤੇ ਹੋਰ ਜੋ ਵੀ ਉਪਾਅ ਕਰਨਾ ਹੋਵੇਗਾ ਅਸੀਂ ਕਰਾਂਗੇ। ਬੋਲ ਤੈਨੂੰ ਮਨਜ਼ੂਰ ਹੈ? ਮੈਨੂੰ ਮਨਜ਼ੂਰ ਹੈ ਪੰਡਿਤ ਜੀ। ਪੁੱਤਰ ਦਾ ਦੁੱਖ ਕੱਟਿਆ ਜਾਏ, ਹੋਰ ਮੈਨੂੰ ਕੀ ਚਾਹੀਦਾ ਹੈ। ਪਰ ਉਹ ਮੇਰਾ ਪੁੱਤਰ ਟੋਕੇ 'ਤੇ ਪੱਠੇ ਕੁਤਰ ਰਿਹਾ ਹੈ, ਮੈਂ ਉਹਨੂੰ ਪੁੱਛ ਲਵਾਂ, ਤੁਸੀਂ ਜਰਾ ਇੱਥੇ ਬੈਠੋ। ਇਹ ਕਹਿ ਕੇ ਸਾਡੇ ਬੇਜੀ ਮੇਰੇ ਪਤੀ ਜੀ ਨੂੰ ਪੁੱਛਣ ਲਈ ਚਲੇ ਗਏ। ਉਸ ਵਕਤ ਉਹਨਾਂ ਦੇ ਕੋਲ ਉਹਨਾਂ ਦੇ ਫੁੱਫੜ ਜੀ ਸਰਦਾਰ ਗੁਰਚਰਨ ਸਿੰਘ ਜੀ ਪਿੰਡ ਅੰਮ੍ਰਿਤਸਰ ਤੋਂ ਵੀ ਉਹਨਾਂ ਦੇ ਕੋਲ ਆਣ ਖਲੋਤੇ ਸਨ। ਬੇਜੀ ਨੇ ਜਾ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਆਪਣੇ ਪੁੱਤਰ ਨੂੰ ਪੰਡਿਤ ਜੀ ਵਾਲੀ ਗੱਲ ਦੱਸੀ ਤੇ ਪੁੱਛਿਆ ਕਿ ਅਸੀਂ ਪੰਡਤ ਕੋਲੋਂ ਉਪਾਅ ਕਰਾ ਲਈਏ। ਤੂੰ ਕਿੰਨੇ ਦਿਨਾਂ ਤੋਂ ਦੁੱਖ ਸਹਿ ਰਿਹਾ ਹੈ, ਤੇਰਾ ਦੁੱਖ ਮੇਰੇ ਤੋਂ ਨਹੀਂ ਵੇਖਿਆ ਜਾਂਦਾ। ਇਹਨਾਂ ਨੇ ਕਿਹਾ ਕਿ ਮਾਤਾ ਤੁਸੀਂ ਪੰਡਿਤ ਜੀ ਨੂੰ ਆਟਾ ਜਾਂ ਦਾਣੇ ਦੇ ਕੇ ਭੇਜ ਦਿਓ। ਮੇਰਾ ਡਾਕਟਰ ਤੇ ਜੀਵਨ ਨਗਰ ਬੈਠਾ ਹੈ, ਉਹ ਆਪੇ ਮੇਰਾ ਇਲਾਜ ਕਰੇਗਾ। ਬੇਜੀ ਦੇ ਜ਼ੋਰ ਲਾਉਣ 'ਤੇ ਵੀ ਉਹ ਨਾ ਮੰਨੇ। ਇਹਨਾਂ ਦੀ ਸ਼ਰਧਾ ਤੇ ਵਿਸ਼ਵਾਸ ਵੇਖ ਕੇ ਫੁੱਫੜ ਜੀ ਬੜੇ ਖੁਸ਼ ਹੋਏ। ਬੇਜੀ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਘਰ ਜਾ ਕੇ ਉਹਨਾਂ ਨੇ ਪੰਡਿਤ ਨੂੰ ਖੈਰ ਦੇ ਕੇ ਤੋਰ ਦਿੱਤਾ। ਕੋਈ ਘੰਟੇ ਕੁ ਬਾਅਦ ਇਹ ਪੱਠਿਆਂ ਦੇ ਟੋਕਰੇ ਭਰ ਭਰ ਕੇ ਪਸ਼ੂਆਂ ਦੀਆਂ ਖੁਰਲੀਆਂ ਵਿੱਚ ਸੁੱਟਣ ਲੱਗ ਪਏ। ਇਹਨਾਂ ਨੂੰ ਲੱਤ ਦੀ ਪੀੜ ਦਾ ਚੇਤਾ ਹੀ ਨਹੀਂ ਰਿਹਾ। ਰਾਤ ਨੂੰ ਆ ਕੇ ਨਹਾ ਧੋ ਕੇ ਪ੍ਰਸ਼ਾਦਾ ਛਕਿਆ ਤੇ ਸੌਂ ਗਏ। ਰਾਤ ਤਾਂ ਪੀੜ ਦਾ ਚੇਤਾ ਹੀ ਨਹੀਂ ਸੀ ਆਇਆ, ਪਰ ਜਦੋਂ ਦਿਨ ਚੜ੍ਹਿਆ ਤਾਂ ਹੈਰਾਨ ਹੋ ਗਏ ਕਿ ਮੇਰੀ ਤਾਂ ਲੱਤ ਵਿੱਚ ਪੀੜ ਬਹੁਤ ਹੁੰਦੀ ਸੀ, ਉਹ ਕਿੱਧਰ ਚਲੀ ਗਈ। ਸਾਰੇ ਵੇਖ ਸੁਣ ਕੇ ਬੜੇ ਹੈਰਾਨ ਹੋਏ। ਬੇਜੀ ਨੇ ਹੈਰਾਨ ਹੋ ਕੇ ਕਿਹਾ, ਪੁੱਤਰ ਤੇਰੀ ਲੱਤ ਦੀ ਪੀੜ ਕਦੋਂ ਤੇ ਕਿਸ ਤਰ੍ਹਾਂ ਹਟ ਗਈ ਹੈ? ਇਹ ਕਹਿਣ ਲੱਗੇ ਕਿ ਬੇਜੀ ਜਦੋਂ ਤੁਸੀਂ ਪੰਡਿਤ ਦਾ ਸੁਣਾ ਦਿੱਤਾ ਸੀ ਤਾਂ ਉਦੋਂ ਜਾਪਦਾ ਹੈ ਕਿ ਮੇਰਾ ਵੈਦ ਗੁਰੂ ਕੋਲ ਹੀ ਸੀ, ਜਿਸ ਨੇ ਮੇਰੀ ਗੱਲ ਸੁਣ ਕੇ ਮੈਨੂੰ ਦੁਆ ਦੇ ਕੇ ਮੈਨੂੰ ਠੀਕ ਕਰ ਦਿੱਤਾ ਸੀ। ਕੱਲ੍ਹ ਤਾਂ ਮੈਨੂੰ ਪੀੜ ਦਾ ਚੇਤਾ ਹੀ ਭੁਲਾ ਦਿੱਤਾ ਸੀ, ਕਿਉਂਕਿ ਮੈਂ ਆਪੇ ਹੀ ਟੋਕਰੇ ਭਰੇ ਤੇ ਆਪੇ ਹੀ ਚੁੱਕ ਕੇ ਪਸ਼ੂਆਂ ਦੀਆਂ ਖੁਰਲੀਆਂ ਵਿੱਚ ਪਾਉਂਦਾ ਰਿਹਾ ਸਾਂ। ਪਰ ਅੱਜ ਤਾਂ ਮੇਰੇ ਜੀਵਨ ਨਗਰ ਵਾਲੇ ਡਾਕਟਰ ਸਤਿਗੁਰ ਨੇ ਕਮਾਲ ਹੀ ਕਰ ਦਿੱਤੀ ਹੈ। ਮੈਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਪੀੜ ਹੁੰਦੀ ਵੀ ਕਿਹੜੀ ਲੱਤ ਵਿੱਚ ਸੀ। ਧੰਨ ਧੰਨ ਹਨ
ਉਹ ਵੈਦ ਗੁਰੂ ਸ਼੍ਰੀ ਸਾਧੂ ਜਗਜੀਤ ਸਿੰਘ ਜੀ, ਜਿਹੜੇ ਸਭ ਦੇ ਦੁੱਖ ਦੂਰ ਕਰਦੇ ਹਨ। ਧੰਨ ਸ੍ਰੀ ਸਾਧੂ ਜਗਜੀਤ ਸਿੰਘ ਜੀ।